हाँ जी हाँ जी बात नहीं समझ आइए यहाँ सारा सारा कुछ पता चल जाएगा। ये आइए जहाँ मैसेज मिला ना आपको पैसा के सामने बना तैयार कर लो हाँ वो अभी ਕਰਦੇ ਨੇ ਸ਼ੁਰੂ ਹੁੰਦੇ ਲੰਬਾ ਚੁੱਕਣਾ ਇਹਨੂੰ ਫੋਲਡ ਕਰ ਲਓ ਇਹਨੂੰ ਫੋਲਡ ਕਰ ਦਿਓ ਜੀ ਇਹਨੂੰ ਫੋਲਡ ਕਰ ਦਿਓ ਜਿਹੜਾ ਕੋਈ ਬਾਹਰ ਸਾਰੀ ਹੈ ਨਾ ਸਾਰੀ ਹੈ ਇੱਧਰ ਰੱਖ ਦਿਓ ਯਾਰ ਬਹੁਤ ਜਗ੍ਹਾ ਪਈ ਪਿੱਛੇ ਡਿੱਗ ਰਹੀ ਹੈ ਨਾ ਇਹ ਕੈਮਰਾ ਰੋਲ ਚੈੱਕ ਕਰਾ ਲੈਣਾ कर लो जी। हाँ जी वो अपने दफ्तर चो आ गया भी बंदा कोई IT सैल तो आ गया अच्छा ठीक दान बख्शे जी हुण चुप रहो ਹੁਣ ਥੋੜੀ ਦੇਰ ਲਈ ਮੋਬਾਈਲ ਵੀ ਬੰਦ ਕਰ ਲਓ ਤੇ ਚੁੱਪ ਦਾ ਦਾਨ। ਦੋਸਤੋ ਅੱਜ ਬਹੁਤ ਮੇਰੇ ਲਈ ਖਾਸ ਤੌਰ ਤੇ ਸਾਡੀ ਸਾਰੀ ਜਥੇਬੰਦੀ ਲਈ ਪਰ ਮੇਰੇ ਲਈ ਖਾਸ ਤੌਰ ਤੇ ਬਹੁਤ ਖੁਸ਼ੀ ਦਾ ਮੁਕਾਮ ਹੈ ਕਿ ਅਸੀਂ ਜਿਹੜੇ ਸਾਥੀ ਸਰ ਬਲਦੇਵ ਸਿੰਘ ਮੀਆਂਪੁਰ, ਸਰ ਗੁਰਬਚਨ ਸਿੰਘ ਬਾਜਵਾ, ਇਹਨਾਂ ਦੇ ਨਾਲ ਕੁਝ ਹੋਰ ਸਾਥੀ ਜਿਹੜੇ ਅੱਜ ਆਏ ਨੇ ਇੱਥੇ ਸਾਨੂੰ ਜੁਆਇਨ ਕਰਨ ਵਾਸਤੇ। ਅਸੀਂ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਕਿਸਾਨ ਜਥੇਬੰਦੀ ਵਿੱਚ ਇਕੱਠੇ ਲਾਇਆ। ਕੁਝ ਕਾਰਨਾਂ ਕਰਕੇ ਸਰ ਭੁਪਿੰਦਰ ਸਿੰਘ ਮਾਨ ਦਾ ਜਿਸ ਤਰ੍ਹਾਂ ਦਾ ਵਤੀਰਾ ਸੀ ਅਸੀਂ ਇਹਨਾਂ ਤੋਂ ਅਲੱਗ ਹੋ ਗਏ ਸੀ 1988 ਲਗਭਗ ਨਾਲ 2007 'ਚ ਅਸੀਂ ਅਲੱਗ ਹੋ ਗਏ ਸੀ। ਦੋ ਅਲੱਗ-ਅਲੱਗ ਗਰੁੱਪ ਬਣ ਗਏ ਸੀ। ਤੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਵੀ ਅੱਜ ਅਸੀਂ ਸਾਰੇ ਉਹ ਪੁਰਾਣੇ ਸਾਥੀ ਫਿਰ ਇਕੱਠੇ ਹੋਣ ਲੱਗੇ ਹਾਂ। ਤੇ ਪਿਛਲੇ ਦਿਨੀ ਜੋ ਘਟਨਾਕ੍ਰਮ ਵਾਪਰਿਆ, ਸਰ ਭੁਪਿੰਦਰ ਸਿੰਘ ਮਾਨ ਭਾਵੇਂ ਉਹਨਾਂ ਨੇ ਅਸਤੀਫਾ ਦੇ ਦਿੱਤਾ, ਉਹਨਾਂ ਨੂੰ ਜਿਵੇਂ ਸੁਪਰੀਮ ਕੋਰਟ ਤੋਂ 4 ਮੈਂਬਰੀ ਕਮੇਟੀ 'ਚ ਮੈਂਬਰ ਬਣਾਇਆ, ਉਹ ਤੋਂ ਬਾਅਦ ਇਹਨਾਂ ਨੇ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਔਰ ਇਹਨਾਂ ਨੇ ਉਹਨਾਂ ਤੋਂ ਆਪਣਾ ਪੱਕੇ ਤੌਰ ਤੇ ਕਿਨਾਰਾ ਕਰ ਲਿਆ। ਤੋ ਅੱਜ ਇਹ ਸਾਡੇ ਨਾਲ ਫਿਰ ਸਾਡੇ ਜਥੇਬੰਦੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਨੇ। ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਜੀ ਆਇਆਂ ਕਹਿਣਾ, ਨਾਲ ਹੀ ਧੰਨਵਾਦੀ ਹਾਂ। ਮੈਨੂੰ ਤਾਂ ਸਕੂਨ ਬਹੁਤ ਮਿਲਿਆ। ਅਸੀਂ ਉੱਦਾਂ ਵੀ ਭਾਵੇਂ ਵੱਖ ਹੋ ਗਏ ਪਰ ਸਾਡੇ ਜਿਹੜੇ ਸੰਬੰਧ ਸੀ, ਘਰੇਲੂ ਸੰਬੰਧ ਸਾਡੇ, ਉਹ ਉਸੇ ਤਰ੍ਹਾਂ ਭਰਾਵਾਂ ਸਰ ਬਲਦੇਵ ਸਿੰਘ ਮੀਆਂਪੁਰ ਮਾਨ ਗਰੁੱਪ ਦੇ ਪ੍ਰਧਾਨ ਸੀ ਪੰਜਾਬ ਦੇ, ਸਾਡੇ ਪੁਰਾਣੇ ਸਾਥੀ ਨੇ ਸਾਡੇ ਪ੍ਰਧਾਨ ਦੇ ਸਰਦਾਰ ਗੁਰਬਚਨ ਸਿੰਘ ਬਾਜਵਾ ਜੀ ਜਿਹੜੇ ਜਨਰਲ ਸਕੱਤਰ। ਇਹ ਸਾਡੇ ਜਦੋਂ ਇਕੱਠੇ ਗਰੁੱਪ ਸੀ ਉਦੋਂ ਪਹਿਲਾਂ ਵੀ ਸਾਡੇ ਜਨਰਲ ਸਕੱਤਰ ਹੁੰਦੇ ਸੀ। ਸਾਰੀ ਸਰਵਤਾਰਨ ਜੀ ਪ੍ਰਧਾਨ ਆਲੂ ਭਾਜੀ ਬੋਲੇ ਸੋਨਹਾ ਸ੍ਰੀ ਅਕਾਲ। ਸਰਦਾਰ ਕਰੀਮ ਸਿੰਘ ਸਗਰਾਵਾ ਜ਼ਿਲ੍ਹਾ ਜਨਰਲ ਸਕੱਤਰ ਬੋਲੇ ਸੋਨਹਾ ਸ੍ਰੀ ਅਕਾਲ। ਟੇਬਲ ਤੇ ਕਾਂਗਰਸੀ ਪ੍ਰਧਾਨ ਜ਼ਿਲ੍ਹਾ ਪਠਾਨਕੋਟ ਬੋਲੇ ਸੋਨਿਹਾ। ਮੈਂ ਧੰਨਵਾਦੀ ਸਰ ਅਮਰੀਕ ਨੂੰ, ਸਾਡੇ ਸਾਰੀ ਜ਼ਿੰਦਗੀ ਇਹਨਾਂ ਨੇ ਵੀ ਜਥੇਬੰਦੀ ਚਲਾਈ ਹੈ, ਬਾਹਰ ਚਲੇ ਗਏ ਸੀ। ਇਹ ਸਾਡੇ ਨਾਲ ਸਾਂਝੀ ਕੜੀ ਸੀ, ਇਹ ਇਹਨਾਂ ਨੂੰ ਨਾਲ ਲੈ ਕੇ ਆਏ ਨੇ। ਇਹਨਾਂ ਦਾ ਬੈਕ ਹੋਣ ਵਾਲਾ ਜੀ ਇਹਨਾਂ ਨੂੰ। ਮੈਂ ਵੀ
ਇਹ ਮੁਕਾਬਲ ਕਰਨਾ ਹੈ ਉਹ ਤਾਂ ਕਰ ਲੋ ਮੈਂ ਬੇਨਤੀ ਕਰਾਂਗਾ ਵੀ ਸਾਡੇ ਪੁਰਾਣੇ ਸਾਥੀ ਰਹੇ ਨੇ ਸਰ ਬਲਦੇਵ ਸਿੰਘ ਮੀਆਂਪੁਰ ਤੇ ਸਰ ਗੁਰਬਚਨ ਸਿੰਘ ਬਾਜਵਾ ਤੇ ਆਪ ਆਪਣੇ ਇੱਕ ਖੁਦ ਐਡਰੈਸ ਕਰਨ ਤੋਂ ਸਾਰੇ ਨੂੰ ਜ਼ਿਆਦਾ ਬਿਹਤਰ ਰਹੇਗਾ। ਬੈਠ ਕੇ ਕਰ ਲਿਓ ਇੱਧਰ ਆਡੀਓ ਮੈਂ ਚਾਹੁੰਦੇ ਉਹਨਾਂ ਪਰਲੇ ਪਾਸੇ ਵੀ ਵਿਚਾਲੇ ਹੋ ਜੀ ਥੋੜਾ ਜਿਹਾ ਹਾਂਜੀ 1 ਮਿੰਟ ਹੁਣ ਚੁੱਪ ਦਾ ਦਾਨ ਬਖਸ਼ਿਓ। ਹਾਂਜੀ ਇੱਕ ਚੁੱਪ ਕਰਿਓ ਜੀ। ਸਿਰਫ 2 ਮਿੰਟ ਦਿੱਤੇ ਸਾਨੂੰ ਸੈਟਅਪ ਲਾ ਲੈ 2 ਮਿੰਟ ਦਿੱਤੇ ਚਲੋ ਲਾ ਲਓ ਲਾਈਵ ਬਣਾਉਣਾ ਨਹੀਂ ਕਰਦਾ ਮੇਰਾ ਮੋਬਾਈਲ ਹੈ ਨਹੀਂ ਉਹ ਨਹੀਂ ਜੀ ਬਾਕੀ ਸਾਰੇ ਨੇ ਕਲੀਅਰ ਕਰ ਦਿਓ ਜੀ ਕਿਉਂਕਿ ਜਿਹੜਾ ਮੈਸੇਜ ਮਿਲਿਆ ਨਾ ਉਹ ਸਾਰੇ ਮੀਡੀਆ ਨੂੰ ਇਹ ਮਿਲਿਆ ਵੀ ਮਾਨ ਸਾਹਿਬ ਵੀ ਅੱਜ ਆ ਰਹੇ ਹੈ ਨਹੀਂ ਮੈਂ ਸਪਸ਼ਟ ਕਰ ਦਿੰਦਾ ਮਾਨ ਸਾਹਿਬ ਨਹੀਂ ਉਹਨਾਂ ਤੋਂ ਬਿਨਾ ਬਾਕੀ ਸਾਰਾ ਯੂਨਿਟ ਜਿਹੜਾ ਉਹਨਾਂ ਦਾ ਸੀ ਉਹ ਸਾਰਾ ਅੱਜ ਸਾਡੇ 'ਚ ਸ਼ਾਮਲ ਹੋ ਰਿਹਾ। ਉਹਨਾਂ ਦੇ ਸਟੇਟ ਦੇ ਪ੍ਰਧਾਨ ਉਹਨਾਂ ਦੇ ਜਨਰਲ ਸੈਕਟਰੀ ਉਹਨਾਂ ਦੇ ਸਾਰੇ ਅਹੁਦੇਦਾਰ ਇਹ ਸਮੁੱਚਾ ਯੂਨਿਟ ਜਿਹੜਾ ਹੈ ਮਾਨ ਸਾਹਿਬ ਤੋਂ ਬਿਨਾ ਉਹ ਸਾਰਾ ਸਾਨੂੰ ਜੁਆਇਨ ਕਰ ਰਿਹਾ। ਉਹਨਾਂ ਨਾਲ ਅਜੇ ਤੁਹਾਡਾ ਕੋਈ ਨਹੀਂ ਉਹਨਾਂ ਨਹੀਂ ਹੋਣੀ ਹੈ ਨਹੀਂ ਉਹਨਾਂ ਨਾਲ ਹੋਣਾ ਵੀ ਨਹੀਂ ਕੁਝ। ਉਹਨਾਂ ਨੂੰ ਹੁਣ ਆਰਾਮ ਕਰਨ ਦਿਓ ਜੀ ਬਹੁਤ ਕਰ ਲਿਆ ਉਹਨਾਂ ਨੇ। ਉੱਤੇ ਹੀ ਰੱਖਣਾ ਪੈਣਾ ਇੱਕ ਦੂਜੇ ਦੇ ਟਿਕਾ ਕੇ। ਕੋਈ ਨਹੀਂ ਜੀ ਕਰ ਦਿਓ ਸ਼ੁਰੂ ਕਰ ਦਿਓ ਤੁਸੀਂ। ਹਾਂ ਹੋ ਗਿਆ ਜੀ ਤੁਹਾਡਾ ਚਲੋ ਹਾਂਜੀ ਕਰੋ ਜੀ ਮੀਆਂਪੁਰ ਸਾਹਿਬ। ਸਤਿਕਾਰ ਸਰ ਬਲਦੇਵ ਸਿੰਘ ਮੀਆਂਪੁਰ ਰਾਜੇਵਾਲ ਜੀ ਤੇ ਬਾਕੀ ਸਾਰੇ ਸਾਥੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਇਹ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਅਸੀਂ ਭਾਰਤੀ ਕਿਸਾਨ ਯੂਨੀਅਨ ਮਾਨ ਦੇ ਵਿੱਚ ਕੰਮ ਕਰਦੇ ਰਹੇ ਹਾਂ। ਰਾਜੇਵਾਲ ਜੀ ਉਹ ਸ਼ਖਸ ਨੇ ਜਿਨ੍ਹਾਂ ਨੇ ਮੈਨੂੰ ਖੁਦ ਉਂਗਲੀ ਫੜ ਕੇ ਤੋਰਿਆ ਤੇ ਕੋਈ ਵਜ੍ਹਾ ਹੋਈ 2007 ਦੇ ਵਿੱਚ ਅਸੀਂ ਕੁਝ ਅਲੱਗ-ਅਲੱਗ ਹੋਏ, ਪਰ ਸਾਡਾ ਮਾਨ ਇਹਨਾਂ ਦੇ ਵਿੱਚ ਹੀ ਧੜਕਦਾ ਸੀ ਕਿਉਂਕਿ ਇਹ ਇਸ ਗੱਲੋਂ ਅਸੀਂ ਮਹਿਸੂਸ ਕਰਦੇ ਹਾਂ ਵੀ ਇਹ ਡਿਜ਼ਰਵ ਕਰਦੇ ਸੀ। ਉਹ ਕੋਈ ਹਾਲਾਤ ਇਹੋ ਜਿਹੇ ਬਣ ਗਏ ਜਿਹਦੇ 'ਚ ਅਸੀਂ ਇਸ ਤਰ੍ਹਾਂ ਖੜੇ ਰਹਿ ਗਏ। ਹਮੇਸ਼ਾ ਹੀ ਪ੍ਰੋਗਰਾਮ ਇਹਨਾਂ ਨੇ ਦੇਣਾ, ਨਾਲ ਲੈ ਕੇ ਦਿੱਲੀ 3 ਦਿਨ ਪਹਿਲਾਂ ਆ ਜਾਣਾ, ਅਸੀਂ ਪ੍ਰੈਸ ਨੂੰ ਮਿਲਣਾ, ਪੌੜੀਆਂ ਚੜ੍ਹਦੇ ਉਤਰਦੇ ਥੱਕ ਜਾਣਾ, ਫਿਰ ਅਸੀਂ ਪ੍ਰੋਗਰਾਮ ਕਰਕੇ ਜਾਣਾ। ਇਹ ਇਹਨਾਂ ਦੀ ਦੇਣ ਹੁੰਦੀ ਸੀ ਤੇ ਅਸੀਂ ਵੀ ਹਮੇਸ਼ਾ ਇਹਨਾਂ ਦੀ ਇਸ ਗੱਲ ਦੀ ਪ੍ਰੇਜ਼ ਕਰਦੇ ਹੁੰਦੇ ਸੀ। ਕੁਝ ਚਿਰ ਅਸੀਂ ਅਲੱਗ ਰਹੇ, ਪਰ ਸਰ ਭੁਪਿੰਦਰ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿੰਨੇ ਦਿਨ ਅਸੀਂ ਲੱਗ ਰਹੇ 10-12 ਸਾਲ ਕੋਈ ਪ੍ਰੋਗਰਾਮ ਨਹੀਂ ਦੇ ਸਕੇ। ਉਹਨਾਂ ਨੇ ਕੋਈ ਪ੍ਰੋਗਰਾਮ ਨਹੀਂ ਦਿੱਤਾ, ਇਹ ਟੇਕੇ ਨਹੀਂ ਬੈਠੇ। ਇਹ ਵੀ ਅਸੀਂ ਮਹਿਸੂਸ ਕਰਦੇ ਸੀ ਸਾਰੇ ਇਤਫਾਕ ਨਾਲ। ਹੁਣ ਸਾਰੀਆਂ ਜਥੇਬੰਦੀਆਂ ਜਦੋਂ ਇਕੱਠੀਆਂ ਹੋਈਆਂ ਤਾਂ ਇਹਨਾਂ ਨੇ ਮੀਟਿੰਗ ਕੀਤੀ ਚੰਡੀਗੜ੍ਹ ਦੇ ਵਿੱਚ ਵੀ ਆਪਾਂ ਇਕੱਠੇ ਹੋ ਕੇ ਆਹ ਸੰਘਰਸ਼ ਜਿਹੜੇ 3 ਖੇਤੀ ਦੇ ਕਾਲੇ ਕਾਨੂੰਨ ਬਣੇ ਨੇ ਵੀ ਇਹ ਤਾਂ ਹੁਣ ਤੱਕ ਤਾਂ ਅਸੀਂ ਭਾਅ ਦੀ ਲੜਾਈ ਲੜਦੇ ਸੀ ਜਾਂ ਕਰਜ਼ਿਆਂ ਦੀ ਲੜਾਈ ਲੜਦੇ ਸੀ, ਇਹ ਤਾਂ ਸਾਡੀ ਹੋਂਦ ਦੇ ਖਤਮ ਕਰਨ ਦੇ ਕਾਨੂੰਨ ਨੇ, ਵੀ ਇਹਦੇ ਵਾਸਤੇ ਸਾਨੂੰ ਇਕਜੁੱਟ ਹੋ ਕੇ ਲੜਨਾ ਚਾਹੀਦਾ। ਇਹਨਾਂ ਨੇ ਉਹਨਾਂ ਤੱਕ ਅਪਰੋਚ ਕੀਤੀ ਪਰ ਉਹਨਾਂ ਨੇ ਇਸ ਗੱਲ ਤੋਂ ਕਿਨਾਰਾ ਕਰੀ ਰੱਖਿਆ ਤੇ ਉਹਦੇ ਨਾਲ ਸਾਨੂੰ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਰਿਹਾ। ਮੇਰੇ ਵੱਲੋਂ ਹਦਾਇਤ ਹੁੰਦੀ ਸੀ ਮੇਰੇ ਸਾਥੀਆਂ ਨੂੰ ਸਾਰਿਆਂ ਨੂੰ ਵੀ ਜੇ ਨਹੀਂ ਉਹ ਵਿੱਚ ਗਏ ਤਾਂ ਘੱਟੋ ਘੱਟ ਸਾਨੂੰ ਅਸੀਂ ਲੋਕਾਂ ਦੇ ਵਿੱਚ ਰਹਿਣਾ ਹੈ, ਲੋਕਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਜਿੱਥੇ ਵੀ ਕਿਤੇ ਐਜੀਟੇਸ਼ਨ ਹੁੰਦੀ ਹੈ ਸਾਡੇ ਲੋਕਲ ਲੈਵਲ 'ਤੇ ਸ਼ਾਮਲ ਹੋਵੋ। ਔਰ ਗਾਹੇ ਬਗਾਹੇ ਅਸੀਂ ਸ਼ਾਮਲ ਹੁੰਦੇ ਰਹੇ ਹਾਂ, ਜਿੱਥੇ ਵੀ ਕਿਤੇ ਹੁੰਦਾ ਸੀ ਰਾਜੇਵਾਲ ਜੀ ਦੇ ਨਾਲ ਤੇ ਬਾਜਵਾ ਸਾਹਿਬ ਆਪਣੇ ਏਰੀਏ 'ਚ, ਬਾਕੀ ਸਾਰੇ ਆਪੋ ਆਪਣੇ ਏਰੀਏ 'ਚ ਕਰਦੇ ਰਹੇ। ਜਦੋਂ ਦਿੱਲੀ ਇੱਥੇ ਆਇਆ
ਮੋਰਚਾ ਤਾਂ ਮੈਂ ਘੱਟੋ ਘੱਟ 3-4 ਗੇੜੇ ਇੱਥੇ ਲਾਏ। ਅਸੀਂ ਬਿਲਕੁਲ ਡਰਦੇ ਜੇ ਆਉਂਦੇ ਸੀ ਆਪਣੇ ਵਰਕਰਾਂ ਨੂੰ ਮਿਲ ਕੇ ਮੁੜ ਜਾਂਦੇ ਸੀਗੇ, ਕਿਉਂਕਿ ਉਹਨਾਂ ਦੀ ਵਜ੍ਹਾ ਕਰਕੇ ਸਾਨੂੰ ਇਹ ਲੱਗਦਾ ਸੀ ਵੀ ਕਿਤੇ ਕੋਈ ਸਾਨੂੰ ਇਸ ਤਰ੍ਹਾਂ ਦੀ ਗੱਲ ਨਾ ਹੋ ਜਾਵੇ ਵੀ ਬੰਦੇ ਸਾਡੇ ਗੱਲ ਨਾ ਕੋਈ ਪੈ ਜਾਵੇ ਵੀ ਤੁਸੀਂ ਤਾਂ ਅਲੱਗੋਂ ਸਾਡੇ ਨਾਲੋਂ, ਕਿਉਂਕਿ ਉਹਨਾਂ ਨੇ ਆਪਣੇ ਲੇਖਾਂ ਰਾਹੀਂ ਹੋਰ ਗੱਲਾਂ ਰਾਹੀਂ ਇਹ ਸਾਬਤ ਕਰਤਾ ਵੀ ਮੈਂ ਇਹਦੇ ਨਾਲੋਂ ਅਲੱਗ ਹਾਂ। ਤੇ ਇਤਫਾਕ ਨਾਲ ਉਹਨਾਂ ਨੂੰ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ 4 ਮੈਂਬਰੀ, ਉਹਦੇ ਵਿੱਚ ਮੈਂਬਰ ਲੈ ਲਿਆ ਗਿਆ। ਜਦੋਂ ਟੀਵੀ ਤੇ ਖਬਰਾਂ ਆਈਆਂ ਤਾਂ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ, ਮੈਨੂੰ ਮੇਰੇ ਸਾਰੇ ਸਾਥੀਆਂ ਦੇ, ਵੀ ਆਹ ਕੀ ਹੋਇਆ ਜੀ, ਆਹ ਸੰਘਰਸ਼ ਤੋਂ ਮਾਨ ਸਾਹਿਬ ਨੇ ਕਿਉਂ ਇਹਨੂੰ ਮਨਜ਼ੂਰ ਕਰ ਲਿਆ। ਤੇ ਜਦੋਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਤਾਂ ਉਹ ਪਹਿਲਾਂ ਹੀ ਜਵਾਬ ਦੇ ਆਈਆਂ ਵੀ ਸਾਨੂੰ ਕਿਸੇ ਕਿਸਮ ਦੀ ਕੋਈ ਕਮੇਟੀ ਕੋਈ ਮਨਜ਼ੂਰ ਨਹੀਂ ਹੈ ਤੇ ਨਾ ਇਹ ਤੋਂ ਘੱਟ ਕੋਈ ਸਮਝੌਤਾ ਮਨਜ਼ੂਰ ਹੈ, ਵੀ ਉਹਨਾਂ ਨੇ ਕਿਉਂ ਇਹਦੇ 'ਚ ਸ਼ਾਮਲ ਹੋਣਾ ਸੀ। ਮੈਂ ਮਾਨ ਸਾਹਿਬ ਨਾਲ ਗੱਲ ਕੀਤੀ, ਮੈਂ ਕਿਹਾ ਜੀ ਇਹ ਕਿਸ ਤਰ੍ਹਾਂ ਹੋਇਆ। ਉਹ ਕਹਿੰਦੇ ਇਹ ਤਾਂ ਸੁਪਰੀਮ ਕੋਰਟ ਨੇ ਕੀਤਾ। ਮੈਂ ਕਿਹਾ ਜੀ ਉਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ? ਕਿ ਕਹਿੰਦੇ ਨਹੀਂ ਇਹਦੇ 'ਚ ਤਾਂ ਬੜਾ ਕੁਝ ਹੋ ਸਕਦਾ, ਮੈਂ ਬੜਾ ਭਲਾ ਕਰ ਸਕਦਾ ਪੰਜਾਬ ਦਾ, ਤੇ ਬਲਕਿ ਮੈਨੂੰ ਤਾਂ ਬਾਕੀ ਜਿਹੜੀ ਉਹ ਦੂਜੀਆਂ ਧਿਰਾਂ ਨੇ ਜੇ ਉਹ ਸਿਆਣੇ ਹੋਣ ਤਾਂ ਮੈਨੂੰ ਮੇਰੇ ਕੰਨ 'ਚ ਕੋਈ ਗੱਲ ਕਹਿ ਸਕਦੇ ਨੇ, ਮੈਂ ਕੀ ਬੋਲਾਂ ਉੱਥੇ ਜਾ ਕੇ, ਬੜਾ ਭਲਾ ਹੋ ਸਕਦਾ ਪੰਜਾਬ ਦਾ। ਇਹ ਤਾਂ ਮੈਨੂੰ ਇਹ ਕਹਿਣਾ ਵੀ ਵਾਪਸ ਆ ਜਾ ਛੱਡ ਕੇ ਤਾਂ ਬੇਵਕੂਫੀ ਹੋਊਗੀ। ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਉਹਨਾਂ ਦੀਆਂ ਸੁਣੀਆਂ ਤਾਂ ਮੈਨੂੰ ਦੁੱਖ ਹੋਇਆ। ਤੇ ਸਾਡੇ ਸਾਰੇ ਸਾਥੀਆਂ ਨੇ ਫੋਨ ਕਰਨੇ ਸ਼ੁਰੂ ਕਰ ਦਿੱਤੇ ਵੀ ਉਹ ਉਹਨਾਂ ਨੂੰ ਕੋਈ ਹੋ ਸਕਦਾ ਕਿਸੇ ਕਿਸਮ ਦੀ ਲਗਾਓ ਜਾਂ ਕੋਈ ਗੱਲ, ਵੀ ਆਪਾਂ ਕਿਉਂ ਲੋਕਾਂ ਤੋਂ ਮਿਹਣੇ ਲਈਏ ਤੇ ਸਾਨੂੰ ਕੋਈ ਕਰਨਾ ਚਾਹੀਦਾ। ਅਸੀਂ ਫਿਰ 12 ਤਰੀਕ ਨੂੰ ਆਪਣਾ 13 ਤਰੀਕ ਨੂੰ 14 ਤਰੀਕ ਨੂੰ 13 ਦੀ ਲੋਹੜੀ ਸੀ, 14 ਤਰੀਕ ਨੂੰ ਖੰਡੇ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੇ ਇੱਕ ਪਹਿਲਾਂ ਮੀਟਿੰਗ ਕੀਤੀ ਪੰਜਾਬ ਦੀ। ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਫੈਸਲਾ ਕੀਤਾ ਵੀ ਸਾਡਾ ਸਰ ਭੁਪਿੰਦਰ ਸਿੰਘ ਮਾਨ ਨਾਲ ਅੱਜ ਤੋਂ ਬਾਅਦ ਕੋਈ ਨਾਤਾ ਨਹੀਂ ਹੈ। ਅਸੀਂ ਉਹਨਾਂ ਨਾਲ ਹਰ ਤਰ੍ਹਾਂ ਦਾ ਆਪਣਾ ਜਿਹੜਾ ਸੰਬੰਧ ਸੀ ਉਹ ਤੋੜ ਲਿਆ, ਸਾਡੀ ਸਾਰੀ ਜਥੇਬੰਦੀ। ਤੇ ਉਸ ਤੋਂ ਬਾਅਦ ਹੀ ਪਤਾ ਲੱਗਿਆ ਸਾਨੂੰ ਉੱਥੋਂ ਵੀ ਉਹ ਤਾਂ ਅਸੀਂ ਉਹਨਾਂ ਨੇ ਵਾਪਸ ਲੈ ਲਿਆ। ਅਸੀਂ ਕਿਹਾ ਵੀ ਚਲੋ ਕੁਝ ਵੀ ਅਸੀਂ ਆਪਣੇ ਫੈਸਲੇ 'ਤੇ ਕਾਇਮ ਹਾਂ। ਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਫੇਰ ਮੀਟਿੰਗ ਕਰਕੇ ਫੈਸਲਾ ਕੀਤਾ ਵੀ ਸਾਨੂੰ ਘੱਟੋ ਘੱਟ ਜਰ ਸਿੰਘ, ਇਸੇ ਤਰ੍ਹਾਂ ਕੰਗ ਸਾਹਿਬ ਨੇ ਜਿਹੜੇ ਸਾਡੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਨੇ, ਇਹਨਾਂ ਨੇ ਸਾਰਿਆਂ ਨੇ ਰਲ ਕੇ ਅੱਜ ਅਸੀਂ ਇੱਥੇ ਸ਼ਮੂਲੀਅਤ ਕਰ ਰਹੇ ਹਾਂ। ਤੇ ਅਸੀਂ ਪਹਿਲਾਂ ਵੀ ਵਿੱਚ ਅਸੀਂ ਹੁਣ ਵੀ ਅਸੀਂ ਇਸ ਮੋਰਚੇ ਦੇ ਵਿੱਚ ਹਾਂ ਔਰ ਹਰ ਤਰ੍ਹਾਂ ਦੇ ਇਹਦੇ ਵਿੱਚ ਸਾਡਾ ਸਹਿਯੋਗ ਹੋਊਗਾ। ਮੈਨੂੰ ਜਿੱਥੋਂ ਵੀ ਹੁਣ ਵੀ ਫੋਨ ਆ ਰਹੇ ਨੇ ਸਾਰੇ ਪੰਜਾਬ ਤੋਂ, ਜਿੱਥੇ ਜਿੱਥੇ ਸਾਡੇ ਵਰਕਰ ਬੈਠੇ ਨੇ, ਕੋਈ ਤਿਆਰੀਆਂ ਕਰ ਰਿਹਾ ਟਰਾਲੀਆਂ ਦੀਆਂ, ਕੋਈ ਟਰੈਕਟਰਾਂ ਦੀਆਂ, ਕੋਈ ਕੁਛ ਸਾਰਿਆਂ ਨੇ ਮੈਨੂੰ ਫੇਰ ਕਿਹਾ ਵੀ ਤੁਸੀਂ ਅੱਜ ਇਹ ਕੰਮ ਕਰਕੇ ਆਉਣਾ, ਵੀ ਅਸੀਂ ਤੁਹਾਡੇ ਨਾਲ ਹਾਂ, ਤੁਹਾਡੀ ਪਿੱਠ ਤੇ ਹਾਂ। ਇਸ ਕਰਕੇ ਅਸੀਂ ਅੱਜ ਇਹਨਾਂ ਨਾਲ ਸ਼ਾਮਲ ਹੋਣ ਦਾ ਫੈਸਲਾ ਕੀਤਾ ਜੀ। ਬਾਜਵਾ ਜੀ ਤੁਸੀਂ ਸਰ ਗੁਰਬਚਨ ਸਿੰਘ ਬਾਜਵਾ ਜਨਰਲ ਸੈਕਟਰੀ ਨੇ, ਸਾਡੇ ਪੁਰਾਣੇ ਸਾਥੀ ਨੇ, ਇਹ ਵੀ 2 ਸ਼ਬਦ ਬੋਲਣਗੇ। ਸਤਿਕਾਰਯੋਗ ਰਾਜੇਵਾਲ ਸਾਹਿਬ, ਮੀਆਂਪੁਰ ਸਾਹਿਬ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ, ਸਾਥੀਓ, ਵਾਹਿਗੁਰੂ ਜੀ ਕਾ ਖਾਲਸਾ। ਮੈਨੂੰ ਤੁਹਾਨੂੰ ਦੱਸਣ ਤੋਂ ਇਸ ਗੱਲ ਦੀ ਖੁਸ਼ੀ ਹੈ ਕਿ ਹੋ ਸਕਦਾ ਮੇਰੀ ਯੂਨੀਅਨ ਦੀ ਜਿਹੜੀ ਟਾਈਮ ਹੈ ਉਹ ਹੋ ਸਕਦਾ ਵੀ ਰਾਜੇਵਾਲ ਸਾਹਿਬ ਨਾਲੋਂ ਵੀ ਤੇ ਲਖੋਵਾਲ ਸਾਹਿਬ ਨਾਲੋਂ ਵੀ ਤੇ ਮਾਨ ਸਾਹਿਬ ਨਾਲੋਂ ਵੀ ਕੋਈ 1-2 ਸਾਲ ਵੱਧ ਹੋਏ, ਔਰ ਇਹਨਾਂ ਨਾਲੋਂ ਮੇਰੀ ਥੋੜ੍ਹੀ ਜਿਹੀ ਉਮਰ ਵੀ ਵੱਧ ਹੈ, ਔਰ ਇਹ ਸਾਰੇ ਸਾਨੂੰ ਬੜਾ ਪਿਆਰ ਸਤਿਕਾਰ ਦਿੰਦੇ ਨੇ। ਮੈਂ ਉਸ ਵੇਲੇ ਦਾ ਜਥੇਬੰਦੀ 'ਚ ਕੰਮ ਕਰਦਾ ਜਦੋਂ ਇਹਦੀ ਹਾਲੀ ਹੋਂਦ ਬਣ ਰਹੀ ਸੀ, ਜਦੋਂ ਅਸੀਂ ਸਰਦਾਰ ਮਹਿੰਦਰ ਸਿੰਘ ਜਵੰਦਾ ਪਹਿਲਾਂ ਪ੍ਰਧਾਨ ਸਨ, ਫਿਰ ਜੰਡੀ ਸਾਹਿਬ ਬਣੇ, ਕਾਦੀਆਂ ਸਾਹਿਬ ਬਣੇ, ਸਰਦਾਰ ਪ੍ਰਤਾਪ ਸਿੰਘ ਕਾਦੀਆਂ, ਔਰ ਉਸ ਤੋਂ ਬਾਅਦ ਮਾਨ ਸਾਹਿਬ ਬਣੇ। ਇਹਨਾਂ ਸਾਰਿਆਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਫਿਰ ਮੈਂ ਸਮਝਦਾ ਵੀ ਮੇਰੀ ਬਦਕਿਸਮਤੀ ਹੈ ਜਦੋਂ ਇਹ ਥੋੜ੍ਹੀ ਵਿਕਰਿੰਗ ਸ਼ੁਰੂ ਹੋਈ, ਔਰ ਲਖੋਵਾਲ ਸਾਹਿਬ ਜਦੋਂ ਵੱਖ ਹੋਏ ਆਪਾਂ ਅੱਤ ਦਾ ਯਤਨ ਕੀਤਾ। ਮੈਂ ਆਪਣੇ ਸਾਥੀ ਲੈ ਕੇ ਉਹਨਾਂ ਨਾਲ ਜਾ ਕੇ ਯਤਨ ਕੀਤਾ ਵੀ ਆਪਾਂ ਸਰਬਸੰਮਤੀ ਕਰ ਲਈਏ ਇਸ ਤਰ੍ਹਾਂ ਨਾਲ, ਲੇਕਿਨ ਹਾਲਾਤ ਹੁੰਦੇ ਨੇ, ਵਕਤ ਦੀ ਗੱਲ ਹੈ। ਉਹ ਫਿਰ ਕੋਈ ਚੱਲਦੇ ਰਹੇ ਬੜਾ ਸੋਹਣਾ, ਔਰ ਉਹਨਾਂ ਨੇ ਵੀ ਆਪਣਾ ਲੈਵਲ 'ਤੇ ਫੀਲਡ 'ਚ ਕੰਮ ਕੀਤਾ, ਅਸੀਂ ਵੀ ਕੀਤਾ ਕੰਮ। ਮਿਸ਼ਨ ਸਾਡਾ ਸਾਰਿਆਂ ਦਾ ਕਿਸਾਨੀ ਦਾ ਭਲਾ ਕਰਨ ਦਾ ਸੀ। ਔਰ ਰਾਜੇਵਾਲ ਸਾਹਿਬ, ਮਾਨਪੁਰ ਸਾਹਿਬ ਤੇ ਮੀਆਂਪੁਰ ਸਾਹਿਬ, ਮੈਂ ਅਸੀਂ ਸਾਰੇ ਇਕੱਠੇ ਕੰਮ ਕਰਦੇ। ਬਦਕਿਸਮਤੀ ਹੋਈ 2007 ਵਿੱਚ ਰਾਜੇਵਾਲ ਸਾਹਿਬ ਦਾ ਵੀ ਥੋੜ੍ਹਾ ਬਹੁਤਾ ਡਿਫਰੈਂਸ ਆਫ ਓਪੀਨੀਅਨ ਹੋ ਗਿਆ। ਮੈਂ ਤੇ ਮੀਆਂਪੁਰ ਸਾਹਿਬ ਨੇ ਯਤਨ ਕੀਤਾ ਵੀ ਇਹ ਕਿਸੇ ਤਰ੍ਹਾਂ ਇਹਨੂੰ ਪੈਚਅਪ ਕਰ ਲਈਏ, ਪਰ ਪਤਾ ਨਹੀਂ ਕੁਦਰਤ ਨੂੰ ਜੋ ਮਨਜ਼ੂਰ ਹੁੰਦਾ ਉਹਦਾ ਪੈਚਅਪ ਹੋਇਆ। ਲੇਕਿਨ ਜਿਵੇਂ ਰਾਜੇਵਾਲ ਸਾਹਿਬ ਨੇ ਦੱਸਿਆ
ਬੇਸ਼ੱਕ ਗਰੁੱਪ ਵੱਖਰੇ ਵੱਖਰੇ ਹੋ ਗਏ, ਪਰ ਸਾਡੇ ਜਿਹੜੇ ਆਪਸ 'ਚ ਨਿੱਜੀ ਸੰਬੰਧ ਸੀ ਉਹਨਾਂ 'ਚ ਕੋਈ ਫਰਕ ਨਹੀਂ ਪਿਆ। ਡਿਫਰੈਂਸ ਆਫ ਓਪੀਨੀਅਨ ਮਾੜਾ ਮੋਟਾ ਸਿਧਾਂਤ ਦਾ ਕੋਈ ਹੋ ਸਕਦਾ, ਉਹ ਨਹੀਂ। ਚਲੋ ਖੁਸ਼ੀ ਹੈ ਵੀ ਇਹ ਵੀ ਕੰਮ ਕਰਦੇ ਰਹੇ, ਅਸੀਂ ਵੀ ਕਰਦੇ ਰਹੇ। ਲੇਕਿਨ ਜਿਹੜੀ ਸ਼ਾਨ ਆਪਾਂ ਜਦੋਂ ਇੱਕ ਯੂਨੀਅਨ ਸੀ ਜਿਹੜੀ ਉਹ ਵੇਖੀ ਸੀ, ਉਹ ਬਣੀ ਨਾ। ਇਹ 3-4 ਗਰੁੱਪ ਹੋਣ ਕਰਕੇ ਫਿਰ 4 ਹੋ ਗਏ, 5 ਹੋ ਗਏ, 12 ਹੋ ਗਏ, 17 ਹੋ ਗਏ। ਅੱਜ 30-31 ਦੀ ਗੱਲ ਹੁੰਦੀ ਹੈ, ਅਫਸੋਸ ਹੁੰਦਾ ਹੈ। ਔਰ ਮੈਂ ਸਮਝਦਾ ਮੋਦੀ ਨੇ ਜਿਹੜਾ ਸਾਡੇ ਤੇ ਧੱਕਾ ਕੀਤਾ ਹੈ, ਇਹ ਸਾਡੇ ਨਾਲ ਬਲੈਸਿੰਗ ਇਨ ਡਿਸਗਾਈਜ਼ ਹੋਈ। ਧੱਕਾ ਤੇ ਉਹਨੇ ਕਿਸਾਨੀ ਨਾਲ ਬਹੁਤ ਵੱਡਾ ਕੀਤਾ ਹੈ, ਪਰ ਉਹਦੇ ਨਾਲ ਅੱਜ ਸਾਰੀ ਕਿਸਾਨੀ ਤੇ ਮਜ਼ਦੂਰ ਵਰਗ ਇਕੱਠਾ ਹੋ ਗਿਆ। ਇਹ ਜਿਹੜੇ ਤਿੰਨੇ, ਉਹਨੇ ਕਿਹਾ ਖੇਤੀ ਦੇ ਕਾਨੂੰਨ ਨੇ ਖੇਤੀ ਦੇ ਭਲੇ ਲਈ ਨੇ। ਅਸੀਂ ਸਾਰੇ ਬੜੀ ਚੰਗੀ ਤਰ੍ਹਾਂ ਸਮਝਦੇ ਆ ਕਿ ਖੇਤੀ ਦਾ ਇਹਦੇ 'ਚ ਭਲਾ ਕੋਈ ਨਹੀਂ, ਲੇਕਿਨ ਇਹ ਨਾਲ ਦੀ ਨਾਲ ਉਪਭੋਗਤਾ ਦੇ ਵੀ ਉਲਟ ਨੇ। ਉਹਨਾਂ ਦਾ ਨਾਂ ਉਹ ਤਾਂ ਨਹੀਂ ਸੀ ਲੈਂਦਾ ਵੀ ਉਹ ਸਮਝਦਾ ਸੀ ਕਿਸਾਨ ਮਜ਼ਦੂਰ ਉਪਭੋਗਤਾ ਇਕੱਠੇ ਹੋ ਗਏ ਤੇ ਮੈਨੂੰ ਇਹਨਾਂ ਨੂੰ ਫੇਸ ਕਰਨਾ ਔਖਾ ਹੋ ਜਾਏਗਾ। ਉਹ ਜਿਹੜਾ ਅਸੈਂਸ਼ੀਅਲ ਕਮੋਡਿਟੀ ਐਕਟ ਉਹ ਖਾਸ ਕਰਕੇ ਉਪਭੋਗਤਾ ਦੇ ਵਿਰੁੱਧ ਜਾਂਦਾ ਔਰ ਉਹਦੇ ਨਾਲ ਪਹਿਲਾਂ ਪਰਚੇਜ਼ ਦੇ ਵੇਲੇ ਸਾਡਾ ਲਹੂ ਪੀਣਗੇ ਤੇ ਮੁੜ ਕੇ ਕੰਟਰੋਲਡ ਸਪਲਾਈ ਕਰਕੇ ਜਮਾਖੋਰੀ ਕਰਕੇ ਉਪਭੋਗਤਾ ਦਾ। ਔਰ ਇਸ ਸੰਘਰਸ਼ ਦੀ ਦੂਜੀ ਪ੍ਰਾਪਤੀ ਇਹ ਹੈ ਕਿ ਕਿਸਾਨ ਤੇ ਮਜ਼ਦੂਰ ਵੀ ਇਕੱਠਾ ਹੋ ਗਿਆ, ਅੱਜ ਉਪਭੋਗਤਾ ਵੀ ਇਕੱਠਾ ਹੋ ਗਿਆ। ਅੱਜ ਇਹ ਸਾਡੀ ਜਿਹੜਾ ਸੰਘਰਸ਼ ਹੈ, ਕਿਸਾਨ ਸੰਘਰਸ਼ ਕਮੇਟੀ ਜਿਹੜੀ ਬਣੀ ਹੈ, ਇਹ ਸਮੁੱਚੇ ਤੌਰ ਤੇ ਇੱਕ ਜਨ ਅੰਦੋਲਨ ਹੈ ਜਿਹਦਾ ਅੱਜ ਸਾਰੇ ਹਿੰਦੁਸਤਾਨ 'ਚ ਨਹੀਂ ਸਾਰੀ ਦੁਨੀਆ 'ਚ ਨਾਂ ਹੈ। ਔਰ ਸਾਡੀ ਸ਼ੁਰੂ ਤੋਂ ਇਹਦੇ ਨਾਲ ਹਮਦਰਦੀ ਰਹੀ ਹੈ। ਜਿਸ ਤਰ੍ਹਾਂ ਮੀਆਂਪੁਰ ਸਾਹਿਬ, ਮੈਂ ਅਸੀਂ ਜ਼ਾਤੀ ਤੌਰ ਤੇ ਆਪਣੇ ਇਲਾਕੇ 'ਚੋਂ ਸਾਡੇ ਵਰਕਰ ਵੀ ਆਉਂਦੇ ਰਹੇ ਨੇ ਔਰ ਈਮਨ ਸਾਡੇ ਪੁੱਤਰ ਪੋਤਰੇ ਵੀ ਟਰਾਲੀਆਂ ਲੈ ਲੈ ਇੱਥੇ ਆਏ ਨੇ। ਲੇਕਿਨ ਅਸੀਂ ਫੋਰ ਫਰੰਟ ਤੇ ਇਸ ਕਰਕੇ ਹੋ ਕੇ ਨਹੀਂ ਕਦੀ ਵੀ ਇਹਨਾਂ ਨਾਲ। ਪਿਛਲੀ ਵਾਰੀ ਜਦੋਂ ਪਹਿਲੀ ਵਾਰੀ ਆਏ, ਰਾਜੇਵਾਲ ਸਾਹਿਬ ਆਉਂਦੇ ਆ ਭਈ ਬਾਜਵਾ ਸਟੇਜ ਤੇ ਕਰੋਗੇ ਗੱਲ। ਮੈਂ ਯਾਰ ਤੁਹਾਡੇ ਨਾਲ ਕਰ ਲਈ, ਸਾਡੇ ਬੰਦੇ ਸਾਰੇ ਆਏ ਨੇ, ਕਿਉਂਕਿ ਜਿਹੜੀਆਂ ਤੁਸੀਂ 30-31 ਜਥੇਬੰਦੀਆਂ ਇਕੱਠੀਆਂ ਹੋਈਆਂ ਉਹਨਾਂ 'ਚ ਅਸੀਂ ਪਹਿਲੀ ਕਿਸੇ ਮੀਟਿੰਗ 'ਚ ਜਾ ਨਹੀਂ ਸਕੇ। ਔਰ ਕੋਈ ਬੰਦੇ ਜਿਹੜੇ ਨਹੀਂ ਜਾਣਦੇ ਹੁੰਦੇ ਉਹ ਸਮਝਦੇ ਨੇ ਹੋਰ ਕਿੱਥੋਂ ਆ ਗਏ। ਔਰ ਮੈਨੂੰ ਲੋਕ ਪੁੱਛਦੇ ਰਹੇ ਨੇ ਵੀ ਤੁਹਾਡੀ ਨਹੀਂ ਕੋਈ ਗੱਲ ਆਉਂਦੀ। ਮੈਂ ਕਿਹਾ ਉਹ ਜਿਹੜੇ ਵਰਕ ਕਰਦੇ ਨੇ ਉਹ ਇਸ ਵੇਲੇ ਚਬਾਰੇ ਦੀ ਇੱਟ ਨੇ ਤੇ ਅਸੀਂ ਆ ਨੀਂਹ ਦੀ ਇੱਟ। ਨੀਂਹ ਦੀ ਇੱਟ ਨੂੰ ਕੋਈ ਨਹੀਂ ਪੁੱਛਦਾ ਹੁੰਦਾ ਵੀ ਉਹ ਕਿਤੇ ਹੈ ਕਿ ਨਹੀਂ, ਉਹ ਥੱਲੇ ਜ਼ਮੀਨ 'ਚ ਦੱਬੀ ਰਹਿੰਦੀ ਹੈ। ਤੇ ਅਸੀਂ ਨੀਂਹ ਚਬਾਰੇ ਤੋਂ ਵੱਖ ਨਹੀਂ ਹੋ ਸਕਦੀ ਤੇ ਚਬਾਰਾ ਨੀਂਹ ਤੋਂ ਵੱਖ ਨਹੀਂ ਹੋ ਸਕਦਾ। ਚਲੋ ਅੱਜ ਮੀਆਂਪੁਰ ਸਾਹਿਬ ਨੇ ਤੁਹਾਨੂੰ ਚੰਗੀ ਤਰ੍ਹਾਂ ਦੱਸ ਲਿਆ। ਮਾਨ ਸਾਹਿਬ ਨੇ ਜਿਹੜਾ ਉਹ ਕਮੇਟੀ 'ਚ ਜਾਣ ਦਾ ਫੈਸਲਾ ਕੀਤਾ, ਉਹ ਨਾ ਸਾਡੇ ਨਾਲ ਜਾਣ ਲੱਗਿਆ ਸਲਾਹ ਕੀਤੀ, ਨਾ ਆਉਣ ਲੱਗਿਆ ਸਲਾਹ ਕੀਤੀ। ਸਾਨੂੰ ਇਸ ਗੱਲ ਦਾ ਗਿਲਾ ਸੀ, ਲੇਕਿਨ ਇਸ ਗੱਲ ਤੋਂ ਇਗਨੋਰ ਨਹੀਂ ਕੀਤਾ ਜਾ ਸਕਦਾ ਵੀ ਮਾਨ ਨੇ ਵੀ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਕਿਸਾਨੀ ਸੰਘਰਸ਼ ਲਈ ਲਾਇਆ ਔਰ ਇਮਾਨਦਾਰੀ ਨਾਲ ਕੀਤਾ ਤੇ ਸਾਨੂੰ ਉਹਦੇ ਨਾਲ ਵੀ ਹੋਰ ਕੋਈ ਗਿਲਾ ਨਹੀਂ। ਇਹੋ ਹੀ ਗਿਲਾ ਵੀ ਉਹਨੂੰ ਰਲ ਕੇ ਇਸ ਵੇਲੇ ਜੇ ਕੋਈ ਮਾੜਾ ਮੋਟਾ ਡਿਫਰੈਂਸ ਹੈ ਸੀ ਉਹਨੂੰ ਪਾਸੇ ਛੱਡ ਕੇ ਤੇ ਇਹ ਸੰਘਰਸ਼ ਕਮੇਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੀਦਾ ਸੀ। ਅਸੀਂ ਆਪਣੇ ਮੀਆਂਪੁਰ ਸਾਹਿਬ ਦੀ ਅਗਵਾਈ 'ਚ ਮੀਟਿੰਗ ਕਰਕੇ ਸਾਰੇ ਪੰਜਾਬ ਦੀ, ਔਰ ਇਹ ਜਿਵੇਂ ਤੁਹਾਨੂੰ ਇਹਨਾਂ ਦੱਸ ਦਿੱਤਾ ਵੀ ਉਹਨਾਂ ਕਿਹਾ ਵੀ ਸਾਡਾ ਇਸ ਮਸਲੇ 'ਚ ਅਸੀਂ ਖੁਸ਼ ਨਹੀਂ ਜਿਹੜਾ ਉਹਨਾਂ ਕੀਤਾ ਤੇ ਅਸੀਂ ਹੁਣ ਵੀ ਅੱਜ ਤੁਹਾਨੂੰ ਇਹ ਗੱਲ ਦੱਸਣ ਆਏ ਆ ਵੀ ਅਸੀਂ ਸੰਘਰਸ਼ ਦੇ ਸ਼ੁਰੂ ਤੋਂ ਤੁਹਾਡੇ ਨਾਲ ਆ, ਆਪਣੇ ਯੋਗਤਾ ਅਨੁਸਾਰ ਹਿੱਸਾ ਪਾਉਂਦੇ ਰਹੇ ਆ। ਸਾਡਾ ਮਿਸ਼ਨ ਜਿਹੜਾ ਸੀ ਉਹ ਕਿਸਾਨੀ ਦੇ ਭਲੇ ਦਾ। ਅਸੀਂ ਆਪਣੀ ਜ਼ਿੰਦਗੀ ਦੇ ਤਕਰੀਬਨ 50 ਸਾਲ ਇਸ ਸੰਘਰਸ਼ ਲਈ ਲਾਏ ਨੇ ਔਰ ਜਿੱਥੇ ਸਾਨੂੰ ਕੋਈ ਸ਼ੱਕ ਪਏ ਵੀ ਕੋਈ ਬੰਦਾ ਇਸ ਸਾਡੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਗੱਲ ਕਰਦਾ, ਸਾਡਾ ਉਹਦੇ ਨਾਲ ਡਿਫਰੈਂਸ ਹੋ ਜਾਂਦਾ। ਲੇਕਿਨ ਨਾ ਸਾਨੂੰ ਕੋਈ ਇੱਥੇ ਅਹੁਦਾ ਲੈਣ ਦੀ ਲਾਲਚ, ਨਾ ਸਾਨੂੰ ਕੋਈ ਅੱਗੇ ਹੋ ਕੇ ਫੋਟੋ ਖਿਚਾਉਣ ਦਾ ਲਾਲਚ। ਸਾਡਾ ਸਿਰਫ ਇਹ ਹੀ ਹੈ, ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸੱਚਾ ਪਾਤਸ਼ਾਹ ਇਹ ਪਹਿਲੀ ਵਾਰ ਹੈ ਕਿਸਾਨ ਤੇ ਮਜ਼ਦੂਰ ਇਕੱਠਾ ਹੋ ਕੇ ਆਪਣੇ ਹਿੱਤਾਂ ਤੇ ਹੱਕਾਂ ਲਈ ਮੈਦਾਨ 'ਚ ਆਇਆ ਔਰ ਉਹਦਾ ਮੁਕਾਬਲਾ ਵੀ ਬੜਾ ਸਖਤ ਹੈ ਕਿਉਂਕਿ ਬੜੀ ਜਿਹੜੀ ਇਸ ਵੇਲੇ ਸਰਕਾਰ ਹੈ ਉਹਦੀ ਸੋਚ ਜਿਹੜੀ ਹੈ ਉਹ ਸ਼ੁਰੂ ਤੋਂ ਐਂਟੀ ਫਾਰਮਰ ਹੈ, ਐਂਟੀ ਮਜ਼ਦੂਰ ਹੈ। ਉਹ ਮੇਰੇ ਕਿਸਾਨਾਂ ਦੇ ਖਿਲਾਫ ਹੀ ਨਹੀਂ ਉਹਨੇ ਮਤੇ ਪਾਸ ਕੀਤੇ, ਮਜ਼ਦੂਰਾਂ ਦੇ ਖਿਲਾਫ ਵੀ ਮਤੇ ਪਾਸ ਕੀਤੇ ਨੇ ਵੀ ਸੱਚਾ ਪਾਤਸ਼ਾਹ ਉਹਦੀ ਵੀ ਬੁੱਧ ਸਿੱਧੀ ਕਰ ਤੇ ਸਾਨੂੰ ਹਿੰਮਤ ਦੇ ਵੀ ਉਹਨਾਂ ਨੂੰ ਸਿੱਧੇ ਕਰਕੇ ਤੇ ਜਿਹੜਾ
ਸਰਕਾਰਾਂ ਦਾ ਫਰਜ਼ ਹੁੰਦਾ ਕਿ ਉਹ ਲੋਕਾਂ ਪੱਖੀ ਹੋਣ। ਔਰ ਹਿੰਦੁਸਤਾਨ 'ਚ ਲੋਕ ਜਿਹੜੇ ਨੇ ਉਹ ਕਿਸਾਨ ਤੇ ਮਜ਼ਦੂਰ ਨੇ। ਬਦਕਿਸਮਤੀ ਹੈ ਉਹ ਇੱਕ ਬੜਾ ਵਧੀਆ ਕਿਸੇ ਸ਼ਾਇਰ ਨੇ ਕਿਹਾ, 2 ਟੋਟਿਆਂ ਵਿੱਚ ਧਰਤੀ ਵੰਡੀ, ਇੱਕ ਮਹਿਲਾਂ ਦਾ ਇੱਕ ਢੋਕਾਂ ਦਾ, 2 ਟੋਟਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ। ਸਾਡਾ ਲੋਕਾਂ ਦਾ ਜਿਹੜਾ ਗਰੁੱਪ ਹੈ ਉਹ 80-90% ਹੈ, ਲੇਕਿਨ ਜੋਕਾਂ 10% ਨੇ। ਪਰ ਉਹ ਸਾਡੇ ਤੋਂ ਤਗੜੀਆਂ ਹੋਈਆਂ ਰਾਜਸਤਾ ਉਹਨਾਂ ਆਪਣੇ ਹੱਥ 'ਚ ਕੀਤੀ ਹੈ। ਔਰ ਪਹਿਲੀ ਵਾਰ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਜੋਕਾਂ ਨੂੰ ਗਲੋਂ ਲਾ ਕੇ ਤੇ ਲੋਕਾਂ ਦਾ ਬੋਲਬਾਲਾ ਕਰਨਾ ਚਾਹੁੰਦੇ ਨੇ। ਇੰਨੀਆਂ ਬੇਨਤੀਆਂ ਨਾਲ ਮੈਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ। ਤੁਹਾਨੂੰ ਕਦੋਂ ਲੱਗਿਆ ਜੀ ਵੀ ਮਾਨ ਸਾਹਿਬ ਨੂੰ ਤੋਂ ਵੱਖ ਹੋਣਾ ਚਾਹੀਦਾ ਜਾਂ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ? ਤੁਹਾਨੂੰ ਮਤਲਬ ਪੂਰੀ ਯੂਨਿਟ ਨੂੰ ਕਦੋਂ ਲੱਗਿਆ? ਸਾਨੂੰ ਤਾਂ ਜੀ ਇਹ ਹੈ ਗੱਲ, ਜਦੋਂ ਇਹਨਾਂ ਨੇ ਨਾ ਇਹ ਕਮੇਟੀ ਦੇ ਵਿੱਚ ਆਏ ਨੇ, ਉਦੋਂ ਜਦੋਂ ਗੱਲ ਉਹਨਾਂ ਨਾਲ ਕੀਤੀ, ਉਹ ਗੱਲ 'ਚੋਂ ਸਾਨੂੰ ਇਹ ਲੱਗਿਆ ਵੀ ਉਹ, ਕਿਉਂਕਿ ਉਹ ਡਿਫਰੈਂਸ ਤਾਂ ਥੋੜ੍ਹੇ ਜਿਹੇ ਰੱਖਦੇ ਹੀ ਸੀਗੇ। ਜਦੋਂ ਉਹਨਾਂ ਨੇ ਖੁਦ ਇਹਨਾਂ ਦੇ ਵਿੱਚ ਮੀਟਿੰਗਾਂ 'ਚ ਸ਼ਾਮਲ ਨਹੀਂ ਹੋਣਾ ਮੰਨਿਆ, ਤੇ ਅਸੀਂ ਇਸ ਗੱਲ ਤੋਂ ਇਹ ਸਮਝਦੇ ਸੀ ਵੀ ਸਾਨੂੰ ਬਿਲਕੁਲ ਉਹਨਾਂ ਨੇ ਐਲੀਮੀਨੇਟ ਕਰ ਦਿੱਤਾ। 40 ਸਾਲ ਮੈਨੂੰ ਹੋ ਗਏ, 50 ਸਾਲ ਇਹਨਾਂ ਨੂੰ ਹੋ ਗਏ ਜਥੇਬੰਦੀ 'ਚ। ਅੱਜ ਸਾਡੇ ਬੱਚਿਆਂ ਨੂੰ ਵੀ ਫੋਨ ਆਉਂਦੇ ਨੇ, ਲੋਕ ਪੁੱਛਦੇ ਨੇ ਵੀ ਉਹ ਕੋਈ ਅੰਕਲ ਕਿਤੇ ਦਿਖਦੇ ਨਹੀਂ। ਜਦੋਂ ਉਹਨਾਂ ਦੀਆਂ ਅਖਬਾਰਾਂ ਸਟੇਟਮੈਂਟਾਂ ਆ ਜਾਂਦੀਆਂ ਵੀ ਕਾਨੂੰਨ ਕਿਸਾਨ ਦੇ ਫਾਇਦੇ ਵਾਸਤੇ ਹੈ, ਪ੍ਰੋਪਰ ਉਹ ਸਟੇਟਮੈਂਟ ਬਾਅਦ 'ਚ ਵੀ ਆਉਂਦੀ, ਉਦੋਂ ਤੁਸੀਂ ਵਿਰੋਧ ਕਿਉਂ ਨਾ ਕੀਤਾ? ਉਦੋਂ ਤੁਹਾਨੂੰ ਕਿਉਂ ਨਹੀਂ ਲੱਗਿਆ ਵੀ ਇਹ ਕਾਨੂੰਨਾਂ ਦੇ ਹੱਕ 'ਚ ਕਿਉਂ? ਨਹੀਂ, ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਨਹੀਂ ਆਈ। ਉਹਨਾਂ ਨੇ ਜੋ ਵੀ ਕੁਝ ਕੀਤਾ ਉਹ ਸਾਨੂੰ ਕਹਿੰਦੇ ਰਹੇ ਨੇ। ਤੁਸੀਂ ਵੀ ਉਹਨਾਂ ਦੇ ਮੂੰਹ 'ਚ ਨਹੀਂ, ਕੋਈ ਉਹਨਾਂ ਨੇ ਇਸ ਤਰ੍ਹਾਂ ਦੀ ਨਹੀਂ ਦਿੱਤੀ। ਉਹ ਇਹ ਕਹਿੰਦੇ ਰਹੇ ਨੇ ਵੀ ਇਹਦੇ ਵਿੱਚ ਆਹ ਮੈਂ ਚਿੱਠੀ ਲਿਖੀ ਆ ਵੀ ਉਹਦੇ 'ਚ ਵੀ ਜਿਹੜੇ ਕਾਨੂੰਨ ਨੇ ਵਿਰੋਧ ਕੀਤਾ ਉਸ ਤਰ੍ਹਾਂ ਦਾ, ਵੀ ਇਹ ਕਾਨੂੰਨਾਂ ਦਾ ਵਿਰੋਧ ਕੀਤਾ ਵੀ ਆ ਇਹਦੇ ਕਰਕੇ ਇਹ ਸਾਡੀ ਆ ਜਿਹੜੀ ਮਾਰਕੀਟ ਸਿਸਟਮ ਹੈ ਪਹਿਲਾਂ ਇਹ ਟੁੱਟਦਾ ਹੈ, ਇਹਦੇ ਨਾਲ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ, ਇਹਦੇ ਨਾਲ ਜਿਹੜੀ ਆ ਕੰਟਰੈਕਟ ਫਾਰਮਿੰਗ ਆ, ਹੋਰ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਨੇ। ਸਿੱਧਾ ਵਿਰੋਧ ਵਾਲੀ ਗੱਲ ਨਹੀਂ ਉਹਨਾਂ ਨੇ ਕੀਤੀ। ਹਾਂ, ਜਿਹੜੇ ਕੋਈ ਕਰਦੇ ਰਹੇ ਨੇ ਉਹਨਾਂ ਦਾ ਅਸੀਂ ਉਹਨਾਂ ਨੂੰ ਕਹਿੰਦੇ ਵੀ ਰਹੇ ਹਾਂ। ਉਹਨਾਂ ਨੇ ਨਹੀਂ ਇਹ ਮੰਨਿਆ ਹੈਗਾ ਵੀ ਮੈਂ ਇਹਦੇ ਵਿਰੁੱਧ ਹਾਂ। ਅਸੀਂ ਉਹ ਹਰਿਆਣੇ ਵਾਲਾ ਗੁਣੀ ਪ੍ਰਕਾਸ਼, ਉਹ ਜਿਹੜਾ ਸੀਗਾ ਉਹ ਸਿੱਧਾ ਹੀ ਕਹਿੰਦਾ ਹੁੰਦਾ ਸੀ ਇਹ ਕਾਨੂੰਨ ਸਾਡੇ ਵਾਸਤੇ ਵਰਦਾਨ ਨੇ। ਅਸੀਂ ਜਦੇ ਉਹਨਾਂ ਨੂੰ ਕਹਿਣਾ ਵੀ ਆਓ ਉਹਨੂੰ ਰੋਕੋ ਜੀ, ਉਹ ਕੀ ਕਰਦਾ ਉਹ ਨਹੀਂ, ਉਹ ਉਹਨਾਂ ਦੀ ਗੱਲ ਹੈ, ਉਹਨਾਂ ਨੇ ਉਹ ਇਸ ਤਰ੍ਹਾਂ ਕਰਿਆ, ਉਹ ਇਸ ਤਰ੍ਹਾਂ ਕਰਦੇ ਨੇ, ਉਹ ਇਸ ਤਰ੍ਹਾਂ ਦੀ ਗੱਲ ਕਰਦੇ। ਫਿਰ ਉਹ ਬੱਤੀਆਂ 'ਚ ਸ਼ਾਮਲ ਕਿਉਂ ਨਹੀਂ ਹੋਏ ਜੀ? ਬੱਤੀਆਂ ਸ਼ਾਮਲ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੈ, ਪਰ ਸਾਨੂੰ ਉਦੋਂ ਜੂਨ ਦੀਆਂ ਮੀਟਿੰਗਸ ਹੋ ਰਹੀਆਂ। ਮੈਨੂੰ ਯਾਦ ਹੈ ਰਾਜੇਵਾਲ ਸਾਹਿਬ ਹੋਣੇ ਆਲਮਗੀਰ ਗੁਰਦੁਆਰੇ ਜੂਨ 'ਚ ਮੈਂ ਪਹਿਲੀ ਵਾਰ ਤੁਹਾਨੂੰ ਮਿਲਿਆ। ਉਦੋਂ ਜਦੋਂ ਮੀਟਿੰਗਸ ਹੋਣੀਆਂ ਸ਼ੁਰੂ ਹੋਈਆਂ, ਤੁਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਿਉਂ ਨਹੀਂ ਕੀਤਾ ਵੀ ਸਾਨੂੰ ਇਹਦਾ ਹਿੱਸਾ ਹੋਣਾ ਚਾਹੀਦਾ? ਅਸੀਂ ਉਹਨਾਂ ਨੂੰ ਕਰਦੇ ਰਹੇ ਆ, ਅਸੀਂ ਉਹਨਾਂ ਨੂੰ ਇਹ ਕਹਿੰਦੇ ਰਹੇ ਵੀ ਅਸੀਂ ਜਾਵਾਂਗੇ। ਜਿਹੜੀ ਮੀਟਿੰਗ ਹੋਈ ਹੈ ਹੋਈਆਂ ਜੂਨ 'ਚ ਮੀਟਿੰਗਾਂ ਸ਼ੁਰੂ ਹੋਈਆਂ ਜੀ। ਪਹਿਲਾਂ 13 ਜਥੇਬੰਦੀਆਂ ਇਕੱਠੀਆਂ ਹੋਈਆਂ, ਫਿਰ 22 ਹੋਈਆਂ, ਫਿਰ 33 ਹੋਈਆਂ। ਦੇਖੋ ਜੀ, ਮੀਟਿੰਗ ਜਾਣ ਦੀ ਗੱਲ ਇਹ ਆ ਵੀ ਅਸੀਂ ਜਦ ਉਹਨਾਂ ਨੂੰ ਇਹੀ ਕਹਿਤਾ ਵੀ ਅਸੀਂ ਤਾਂ ਜੀ ਲੋਕਾਂ ਦੇ ਵਿੱਚ ਰਹਿਣਾ, ਅਸੀਂ ਜਾਣਾ, ਉਹਨਾਂ ਨਾਲ ਸ਼ਾਮਲ ਹੋਣਾ, ਉਹ ਕਹਿੰਦੇ ਦੀ ਕੋਈ ਗੱਲ ਨਹੀਂ, ਆਪਾਂ ਬੈਠੇ, ਮੈਂ ਤਾਂ ਬੈਠਾ, ਮੈਨੂੰ ਡਾਕਟਰਾਂ ਨੇ ਵੀ ਕਿਹਾ, ਮੈਨੂੰ ਆਪਰੇਸ਼ਨ ਵੀ ਕਰਾਇਆ, ਇਹ ਵੀ ਹੋਇਆ, ਇਸ ਤਰ੍ਹਾਂ ਦੀਆਂ ਗੱਲਾਂ। ਅਸੀਂ ਕਹਿੰਦੇ ਸੀ ਵੀ ਕੋਈ ਗੱਲ ਨਹੀਂ। ਕਿ ਮਾਨ ਸਾਹਿਬ ਦੀ ਇਮਾਨਦਾਰੀ ਤੇ ਸਾਨੂੰ ਕੋਈ ਸ਼ੱਕ ਨਹੀਂ, ਮਾਨ ਸਾਹਿਬ ਨੇ ਕੁਝ ਖੱਟਿਆ ਨਹੀਂ, ਪਰ ਮਾਨ ਸਾਹਿਬ ਵੀ ਤੁਹਾਨੂੰ ਪਤਾ ਰਾਜ ਸਭਾ ਦੇ ਮੈਂਬਰ ਰਹੇ ਨੇ। ਉਸ ਤੋਂ ਬਾਅਦ ਮਾਨ ਸਾਹਿਬ ਦੇ ਬੇਟੇ ਕਾਂਗਰਸ ਦੇ ਸਪੋਕਸਪਰਸਨ ਰਹੇ ਨੇ, ਮਾਨ ਸਾਹਿਬ ਦੇ ਬੇਟੇ ਅੱਜ ਕੱਲ੍ਹ PPSC ਦੇ ਮੈਂਬਰ ਨੇ। ਤਾਂ ਕੀ ਉਹਨਾਂ ਦੀ ਕਾਬਲੀਅਤ ਸੀ ਜਾਂ ਸੀ ਕਹਿੰਦੇ ਕੋਈ ਫਾਇਦੇ ਨਹੀਂ ਲਿਆ ਰਿਹਾ? ਦੇਖੋ ਗੱਲ ਇਹਦੇ 'ਚ ਅਸੀਂ ਨਾ ਇਹ ਜਿਹੜੀ ਤੁਸੀਂ ਕਹਿੰਦੇ ਹੋ ਵੀ ਖੱਟਿਆ ਨਹੀਂ ਜਾਂ ਹੋਰ ਨਹੀਂ ਕੀਤਾ, ਸਾਡੀ ਜਥੇਬੰਦੀ ਜਿਹੜੀ ਇੱਕ ਪ੍ਰੈਸ਼ਰ ਗਰੁੱਪ ਸੀ, ਅਸੀਂ ਚੋਣਾਂ ਨਹੀਂ ਲੜਦੀ। ਕਈ ਬੰਦੇ ਮੈਂ ਪ੍ਰੈਸ 'ਚ ਵੀ ਸੁਣਿਆ, ਕਈ ਬੰਦੇ ਸੋਸ਼ਲ ਮੀਡੀਆ ਤੇ ਵੀ ਕਹਿੰਦੇ ਨੇ ਵੀ ਉਹਨਾਂ ਨੇ ਉਦੋਂ ਵੀ ਗਦਾਰੀ ਕੀਤੀ, ਉਦੋਂ ਪਟੇਸ਼ਵਰਾ ਮਾਰਿਆ। ਅਸੀਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਅਸੀਂ ਆਪ ਇਸ ਗੱਲ ਦੇ ਹਾਮੀ ਸੀਗੇ ਵੀ ਜਦੋਂ ਅਸੀਂ ਇੱਕ ਪ੍ਰੈਸ਼ਰ ਗਰੁੱਪ ਸੀ, ਪ੍ਰੈਸ਼ਰ ਗਰੁੱਪ ਦੇ ਤੌਰ ਤੇ ਅਸੀਂ ਚੋਣਾਂ ਲੜਦੇ ਸੀਗੇ। ਜਦ ਵੋਟਾਂ ਆਉਂਦੀਆਂ ਸੀਗੀਆਂ, ਅਸੀਂ ਜਿਹੜੀ ਸਰਕਾਰ ਜਾਂ ਜਿਹੜੀ ਪਾਰਟੀ ਸਾਡੇ ਨਾਲ ਗੱਲ ਕਰਦੀ ਸੀ ਵੀ ਤੁਹਾਡੇ ਆਹ ਮੁਤਾਲਬੇ ਅਸੀਂ ਮੰਨਾਂਗੇ, ਅਸੀਂ ਉਹਨੂੰ ਮੈਰਿਟ ਤੇ ਫੈਸਲਾ ਕਰਦੇ ਹੁੰਦੇ ਸੀ, ਉਹਦੀ ਮਦਦ ਕਰਨ ਦਾ। ਤੇ ਇਸ ਤਰ੍ਹਾਂ ਹੀ ਅਸੀਂ ਕਰਦੇ ਰਹੇ। ਲੈਣਾ ਵੀ ਸਹੀ ਹੈ ਜੀ ਅਕਾਲੀ ਸਰਕਾਰ ਮੰਡੀ ਬੋਰਡ ਦੀ। ਕਿਸ ਤਰ੍ਹਾਂ? ਮੈਂ ਕਿਹਾ ਲਖੋਵਾਲ ਸਾਹਿਬ ਦੀ ਚੇਅਰਮੈਨ ਨਹੀਂ ਲੈਣਾ ਵੀ ਬਹੁਤ ਸਹੀ ਫੈਸਲਾ ਸੀ ਉਹਨਾਂ ਦਾ, ਜਿਹੜੀ ਉਹਨਾਂ ਨੇ ਅਕਾਲੀ ਸਰਕਾਰ 'ਚ ਲਈ ਹੈ। ਮੰਡੀ ਬੋਰਡ ਦੇ ਚੇਅਰਮੈਨ ਰਹੇ ਨੇ ਲਖੋਵਾਲ ਸਾਹਿਬ। ਦੇਖੋ ਗੱਲ ਇਹ ਆ ਵੀ ਅਸੀਂ ਲਖੋਵਾਲ ਦੀ ਜਾਂ ਹੋਰ ਦੀ ਚੇਅਰਮੈਨੀ ਦਾ ਨਹੀਂ ਅਸੀਂ ਗੱਲ ਕਰਦੇ। ਨਹੀਂ, ਦੇਖੋ ਗੱਲ ਇਹ ਆ ਵੀ ਜੇ ਉਹਨਾਂ ਨੇ ਕਰਕੇ ਨਹੀਂ ਕੁਝ ਕੀਤਾ, ਫਿਰ ਉਹਨਾਂ ਨੇ ਇਹ ਗੁਲਾਮੀ ਖੱਟੀ ਹੈ। ਜੇ ਉਹ ਉੱਥੇ ਕਰਦੇ, ਮੇਰੀ ਗੱਲ ਹੋਈ ਇੱਕ ਵਿਆਹ ਦੇ ਵਿੱਚ, ਤੇ ਉਹ ਕਹਿਣ ਲੱਗੇ ਮੇਰਾ ਤਾਂ ਜਿੰਨੀ ਜੀ ਰਿਕਾਰਡ ਬੁੱਕ ਦੇ ਵਿੱਚ ਨਾਂ ਦਰਜ ਹੋਊਗਾ, ਮੈਂ 7.5 ਸਾਲ ਰਹਿ ਜਾਣਾ, ਜਾਂ ਤੀਜੀ ਟਰਮ ਸੀ ਉਹਦੀ। ਤੇ ਮੈਂ ਕਿਹਾ ਵੀ ਚੌਥੀ ਦਾ ਨਹੀਂ ਸੀ ਉਹਨੂੰ ਹਾਲੇ ਪਤਾ। ਮੈਂ ਕਿਹਾ ਵੀ ਜਿਹੜੀ ਗੱਲ ਅਸੀਂ ਕਹਿੰਦੇ ਹੁੰਦੇ ਸੀ ਕਿ ਮਾਰਕੀਟਿੰਗ ਐਕਟ ਦੇ ਵਿੱਚ ਸੋਧ ਕਰਕੇ ਇੱਕ ਕੁਦਰਤੀ ਆਫਤਾਂ ਦਾ ਫੰਡ ਬਣਾਇਆ ਜਾਵੇ, ਜਿਹਦੇ ਨਾਲ ਕੁਦਰਤੀ ਆਫਤਾਂ ਨਾਲ ਜਿਹੜੀ ਫਸਲ ਮਰਦੀ ਹੈ 100% ਮੁਆਵਜ਼ਾ ਦਿੱਤਾ ਜਾ ਸਕਦਾ, ਉਹਦੇ ਵਿੱਚੋਂ ਮੰਡੀ ਬੋਰਡ ਦੇ ਪੈਸਿਆਂ ਦੇ ਵਿੱਚੋਂ ਇਹਦੇ ਵੱਲ ਕੋਈ ਕਦਮ ਚੱਕਿਆ? ਉਹ ਕਹਿਣ ਲੱਗੇ ਨਹੀਂ, ਇਹ ਤਾਂ ਬਾਦਲ ਸਾਹਿਬ ਆਪਾਂ ਨੂੰ ਕਿੱਥੇ ਦਿੰਦੇ ਨੇ ਨਾ ਅਖਤਿਆਰ, ਉਹਨਾਂ ਨੇ ਤਾਂ ਮੈਨੂੰ ਨਵੀਆਂ ਸੜਕਾਂ ਬਣਾਉਣ ਦਾ ਅਖਤਿਆਰ ਨਹੀਂ ਦਿੱਤਾ, ਮੈਂ ਤਾਂ ਪੁਰਾਣੀਆਂ ਦੀ ਰਿਪੇਅਰ ਕਰ ਸਕਦਾ।
ਤੇ ਉਹ ਮੈਂ ਕਿਹਾ ਵੀ ਇਹ ਫਿਰ ਕੀ ਗੱਲ ਹੋਈ ਜੀ ਤੇ ਇਹ ਤਾਂ ਫਿਰ ਚਲੋ ਬਾਕੀ ਜਿਹੜੇ ਲਾਭ ਨੇ ਪੁਰਾਣੀਆਂ ਦੇ ਨਵੀਆਂ ਦੇ ਉਹ ਤਾਂ ਮਿਲਦੇ ਹੀ ਹੋਣੇ ਨੇ ਤੇ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ। ਜੇ ਉਹਨਾਂ ਨੇ ਨਹੀਂ ਕੁਝ ਕੀਤਾ ਜਿਹੜੀਆਂ ਗੱਲਾਂ ਅਸੀਂ ਕਹਿੰਦੇ ਹੁੰਦੇ ਸੀਗੇ, ਇਸੇ ਕਰਕੇ ਅੱਜ ਫਿਰ ਉਹ ਲੋਕਾਂ ਦੇ ਵਿੱਚ ਟਾਰਗੇਟ ਬਣਦੇ। ਤੁਹਾਨੂੰ ਲੱਗਦਾ ਰਾਜ ਸਭਾ ਜਾਣਾ ਠੀਕ ਸੀ ਉਦੋਂ ਮਾਨ ਸਾਹਿਬ? ਮੈਂ ਕਹਿੰਦਾ ਅਸੀਂ ਅੱਜ ਵੀ ਕਹਿੰਦੇ ਆ, ਜੇ ਕੋਈ ਜਥੇਬੰਦੀ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜੇ ਅਸੀਂ ਚੋਣਾਂ ਨਹੀਂ ਲੜਦੇ ਹੈਗੇ, ਫਿਰ ਇੱਕ ਜਿਹੜਾ ਰਾਸ਼ਟਰਪਤੀ ਨੂੰ ਅਧਿਕਾਰ ਮਿਲਿਆ ਵੀ ਕਿਸੇ ਵਿਸ਼ੇਸ਼ ਵਰਗ ਦੇ ਵਿੱਚੋਂ ਖਾਸ ਜਿਹੜਾ ਕੋਈ ਵਿਅਕਤੀ ਯੋਗਤਾ ਰੱਖਦਾ ਉਸ ਵਰਗ ਦੀ ਬਿਹਤਰੀ ਵਾਸਤੇ, ਤਾਂ ਉਹਨੂੰ ਚੋਣਾਂ ਉਹ ਲੜਦੇ ਨਹੀਂ ਹੈਗੇ। ਉਸ ਤਰ੍ਹਾਂ ਉਹ ਆਉਣਾ ਨਹੀਂ ਚਾਹੁੰਦੇ ਕਿਸੇ ਪੋਲੀਟਿਕਸ 'ਚ, ਤੇ ਉਹਦੇ 'ਚ ਉਹਨਾਂ ਨੂੰ ਅਧਿਕਾਰ ਮਿਲਿਆ ਵੀ ਉਹਨੂੰ ਨਾਮਜ਼ਦ ਕਰਕੇ ਉਹਦਾ ਸੇਵਾ ਦਾ ਲਾਭ ਉਸ ਵਰਗ ਨੂੰ ਮਿਲ ਸਕੇ। ਜਾਬਤਾ ਵੀ ਹੁੰਦਾ ਜਥੇਬੰਦੀਆਂ ਦਾ। ਗੁਰਨਾਮ ਸਿੰਘ ਜੜੂਨੀ ਦੇ ਉੱਤੇ ਹੁਣ ਕਾਰਵਾਈ ਦੀ ਗੱਲ ਆ ਰਹੀ ਹੈ, ਉਹਨਾਂ ਨੇ ਬਿਨਾਂ ਪੁੱਛੇ ਮੀਟਿੰਗ ਕੀਤੀ ਹੈ। ਜਾਬਤੇ ਦੀ ਗੱਲ ਆ ਰਹੀ ਹੈ ਵੀ ਜਥੇਬੰਦੀਆਂ ਦਾ ਜਾਬਤਾ ਹੁੰਦਾ ਹੈ, ਫਿਰ ਉਹ ਵੀ ਠੀਕ ਹੈ ਤੁਹਾਡੇ ਹਿਸਾਬ? ਨਹੀਂ, ਮੈਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ। ਗੁਰਨਾਮ ਸਿੰਘ ਵਾਲੀ ਸਰ ਇਹਦੇ ਨਾਲ ਹੀ ਸਵਾਲ ਜੁੜਦਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਰਾਸ਼ਟਰਪਤੀ ਨੇ ਫੈਸਲਾ ਲਿਆ, ਰਾਸ਼ਟਰਪਤੀ ਦੇਖ ਰਿਹਾ ਕਿ ਕੌਣ ਬੰਦਾ ਵਧੀਆ ਉਸ ਨੂੰ ਐਮਪੀ ਬਣਾ ਦਿੱਤਾ ਜਾਵੇ, ਤਾਂ ਉਸੇ ਤਰ੍ਹਾਂ ਦੀ ਫੈਸਲਾ ਸ਼ਾਇਦ ਸੁਪਰੀਮ ਕੋਰਟ ਦਾ ਹੋ ਸਕਦਾ ਹੈ। ਜੇਕਰ ਤੁਹਾਨੂੰ ਰਾਸ਼ਟਰਪਤੀ ਦੇ ਫੈਸਲੇ ਤੇ ਯਕੀਨ ਹੈ ਤਾਂ ਤੁਹਾਨੂੰ ਸੁਪਰੀਮ ਕੋਰਟ ਦੇ ਫੈਸਲੇ ਤੇ ਕਿਉਂ ਨਹੀਂ ਯਕੀਨ? ਕਿਉਂਕਿ ਸੁਪਰੀਮ ਕੋਰਟ ਵੀ ਸਰਵਉੱਚ ਹੈ ਤੇ ਰਾਸ਼ਟਰਪਤੀ ਵੀ ਸਰਵਉੱਚ ਹੈ। ਇਹਦਾ ਜਵਾਬ ਮੈਂ ਦੇ ਨਹੀਂ ਬਾਜਵਾ ਜੀ, ਨਹੀਂ ਯਾਰ ਕੋਈ ਗੱਲ ਮੇਰੀ ਬੇਨਤੀ ਸੁਣਿਓ ਜੀ। ਇਹਨਾਂ ਦੇ ਜੇ ਇਸ ਗੱਲੋਂ ਕੋਈ ਮਤਭੇਦ ਹੋਏ, ਇਹਨਾਂ ਨੇ ਉਹਨੂੰ ਛੱਡਿਆ ਤੇ ਸਾਡੇ ਵੱਲ ਜੁਆਇਨ ਕੀਤੇ ਨੇ। ਇਹ ਅੱਜ ਸਵਾਲ ਨਹੀਂ, ਸਵਾਲ ਇਹ ਹੈ ਵੀ ਇਹ ਜਿਹੜਾ ਜਨ ਅੰਦੋਲਨ ਖੜਾ ਹੋਇਆ ਉਹਦੇ ਵਿੱਚ ਸਾਡੇ ਨਾਲ ਸਾਡੇ ਸਾਥੀ ਆ ਕੇ ਰਲੇ ਨੇ। ਇਹਦੇ ਲਈ ਇਹਨਾਂ ਨੂੰ ਜੀ ਆਇਆਂ, ਇਹਦੇ ਲਈ ਧੰਨਵਾਦ। ਮੇਰਾ ਖਿਆਲ ਹੈ ਇੰਨੀ ਕਾਫੀ ਹੈ। ਠੀਕ ਹੈ ਜੀ। ਰਾਜਪਾਲ ਸਾਹਿਬ ਸੁਪਰੀਮ ਕੋਰਟ ਦੇ ਫੈਸਲੇ ਉਹਦਾ ਜਵਾਬ ਮੈਂ ਦੇਣਾ, ਮੈਂ ਦੇਣਾ ਜਵਾਬ। ਉਹ ਜਿਹੜਾ ਪਹਿਲਾ ਰਾਜ ਸਭਾ ਦਾ ਮੈਂਬਰ ਬਣੇ ਨੇ ਨਹੀਂ, ਬਾਜਵਾ ਜੀ, ਨਾ ਖੋਲ੍ਹੋ ਹੁਣ। ਨਹੀਂ ਬਣੇ, ਮਤਲਬ ਇਹ ਨੁਕਸਾਨ ਮੁੱਕਣੀ ਪਹੁੰਚਾ ਕੇ ਇਹ ਗੱਲ ਮੁੱਕਣੀ ਨਹੀਂ ਗਾ। ਮੈਂ ਉਹ ਤਾਂ ਲੰਬੀ ਗੱਲ ਹੈ ਯਾਰ। ਇਹਨੇ ਬਸ ਨਾਲ ਗਲਤ ਸਵਾਲ ਜਵਾਬ ਦੇ ਉਹਦੇ ਸਵਾਲ ਗਲਤ ਕਰ ਦਿੱਤਾ, ਕੋਈ ਜਵਾਬ ਨਾ ਦੇ। ਹਾਈਪਰ ਨਹੀਂ ਹੋਈ ਨਾ ਤੁਸੀਂ? ਨਾ ਬਹੁਤ ਵੱਡੇ ਆ। ਉਹਨੂੰ ਅਸੀਂ ਸਾਰੇ ਨਾਲ ਲਖੋਵਾਲ ਮੈਂ ਬੇਨਤੀ ਕਰਾਂਗਾ ਵੀ ਮੈਂ ਬੇਨਤੀ ਕਰਾਂਗਾ ਵੀ ਇਹ ਸਾਡੇ ਸ਼ਾਮਲ ਹੋਏ ਫੈਸਲਾ ਨੇ। ਕਰਕੇ ਦਿੱਤਾ। ਇਹਨਾਂ ਨੂੰ ਜੀ ਆਇਆਂ, ਇਹਨਾਂ ਦਾ ਉਹ ਗੱਲ ਅਸੀਂ ਹੀ ਨਹੀਂ ਨਾ ਸਨਮਾਨ ਹੁਣ ਵੀ ਤੁਹਾਨੂੰ ਕਰਾਂਗੇ। ਬੈਠ ਕੇ ਮੀਟਿੰਗ ਫੈਸਲਾ ਲੈ ਕੇ ਇਹਨਾਂ ਨੂੰ ਜਥੇਬੰਦੀ ਵਿੱਚ ਯੋਗ ਥਾਂ ਵੀ ਦੇਵਾਂਗੇ। ਤੇ ਅੱਜ ਲਈ ਇੰਨਾ ਹੀ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ।